बस वो रात ही होनी मेरे नाल गल हुई है तो सवेरे 4 वजे इत्थों पिंड सतौर तो चले गए जो कहते कि मैं किसानों लई राशन पानी लैके जाना तो उन्हें अपने फ्रेंड के नाल गए सी। मेरे किसान वीरो ये मंडी गोबिंदगढ़ एक एक्सीडेंट होया अपने वीर धरने ते जा रहे थे वेखो झंडे लगे हुए ये हुशियारपुर वाल दी गड्डी है उधरों वीर आए ने बहुत बुरा एक्सीडेंट होया। उदा कह रहे थे दीदी मैं जाना मैं बच्चे नहीं जाना तू नहीं जाना हैगा नहीं कहता मैं सेवा ते जाना मैं आ जाना 2 दिन बाद बाकी ये नहीं पता सी कि उन्हें वापस नहीं मुड़ के आना। परमात्मा दी रजा अनुसार एक बंदा बलिदान पा गया ते एक वीर बच गया बड़ी किरपा है कि चलो एक जान साडी कीमती बची है नाल। ਗੱਲ ਕਰਦੇ ਸੀਗੇ ਵੀ ਕਿਸਾਨਾਂ ਦਾ ਅੰਦੋਲਨ ਜਿੱਦਾਂ ਚੱਲ ਰਿਹਾ ਉੱਥੇ ਦੇ ਹਾਲਾਤਾਂ ਦੀ बहुत ज़्यादा परेशान सी इस करके वो तो इदा जिदा फेसबुक ते कोई कमेंट भी कर दिंदा सी ना तो वो बस जिन्नी देर उन्होंने तसल्ली नहीं ना कर लेना उन्होंने शांति नहीं सी होंदी। ਤਾਂ ਉੱਥੇ ਦੂਜੀ ਪਾਰਟੀ ਵਾਲੇ ਨੇ ਨਾਲ ਦੇ ਜਿਹੜੇ ਚਾਹ ਚ ਪੀਤੀ ਕਹਿੰਦਾ ਨਹੀਂ ਇਹ ਤਾਂ ਬਾਹਰ ਅੱਗੇ ਜਾ ਕੇ ਪੀਣੀ ਹੈ ਬਾ ਫਿਰ ਉਹ ਖੰਨੇ ਜਾ ਕੇ ਆ ਚਾਂਸ ਹੋ ਗਿਆ ਤੇ ਇਹ ਵੀਰ ਆਪਣੇ ਹੁਸ਼ਿਆਰਪੁਰੋਂ ਆ ਰਹੇ ਸੀ ਤੇ ਦੁੱਧ ਪਾਣੀ ਦੀ ਵੀ ਕਹਿੰਦੇ ਸੇਵਾ ਕਰਦੇ ਨੇ ਉੱਥੇ ਜਾ ਕੇ। ਇੱਕ ਹੋਰ ਬਲਿਦਾਨ ਮੇਰੀ ਸਿਹਤ ਬੜੀ ਖਰਾਬ ਹੋ ਗਈ ਸੀ ਮੋਟਰਸਾਈਕਲ ਠੀਕ ਕਰਾਇਆ ਕਿਰਾਏ ਦਾ ਇੱਥੇ ਹੀ ਜਾਣਾ ਤੇ ਆਪਣੀ ਦਵਾਈ ਵੀ ਇੱਥੇ ਜਾਣੀ ਤੇ ਦੁਕਾਨ ਵੀ ਇੱਥੇ ਜਾਣਾ ਉਹ ਇਹ ਨਹੀਂ ਜਿੱਤਾ ਭੁੱਲਦਾ। ਬਿਲਕੁਲ ਇਹ ਬੜਾ ਦੁੱਖ ਹੈ ਕਿਉਂਕਿ ਇੱਕ ਉਹ ਕਿਸਾਨ ਸੀਗਾ ਬੇਸ਼ੱਕ ਖੇਤੀ ਥੋੜੀ ਕਰਦਾ ਸੀ ਪਰ ਉਸਦੀ ਇਸ ਸੰਘਰਸ਼ ਦੇ ਨਾਲ ਸ਼ੁਰੂ ਤੋਂ ਹੀ ਉਹ ਦੁਖੀ ਵੀ ਸੀ ਵੀ ਅੱਜ ਜੋ ਸਾਡੇ ਕਿਸਾਨ ਭਰਾਵਾਂ ਦੀ ਉਸ ਠੰਡ ਦੇ ਵਿੱਚ ਰਾਤਾਂ ਕੱਟ ਰਹੇ ਨੇ ਮੈਂ ਉਹਨਾਂ ਦੇ ਕੋਲ ਸੇਵਾ ਲੈ ਕੇ ਜਾਣਾ ਹੈ। ਤੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਮਗਰ ਉਹਨਾਂ ਨੇ ਇਹ ਨਹੀਂ ਸੀ ਦੱਸਿਆ ਕਿ ਉਹ ਇੱਥਾਂ ਹੋਇਆ। ਸਾਡੇ ਨਾਲ ਵੀ ਬਹੁਤ ਪਿੰਡ 'ਚ ਵੀ ਬਹੁਤ ਆਲੇ ਦੁਆਲੇ ਵੀ ਉਹਦੀ ਇੰਨੀ ਬਣੀ ਸੀ ਨਾ ਵੀ ਸਾਡੇ ਪਿੰਡ 'ਚ ਕੋਈ ਇੱਦਾਂ ਦਾ ਬੰਦਾ ਨਹੀਂ ਸੀ ਜਿੱਦਾਂ ਦਾ ਇਹ ਸੀਗਾ। ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਦੌਰਾਨ ਕਿਸਾਨੀ ਅੰਦੋਲਨ ਦੇ ਦੌਰਾਨ ਬਹੁਤ ਸਾਰੇ ਕਿਸਾਨ ਹੁਣ ਤੱਕ ਆਪਣੀਆਂ ਜਾਨਾਂ ਇਸ ਅੰਦੋਲਨ ਦੇ ਲੇਖੇ ਲਗਾ ਚੁੱਕੇ ਨੇ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਤੌਰ ਤੋਂ ਉੱਗੇ ਆਗੂ ਸਨ, ਹਿੰਮਤੀ ਨੌਜਵਾਨ ਸਨ ਕੁਲਵਿੰਦਰ ਸਿੰਘ ਸਤੌਰ ਜੋ ਇਸ ਕਿਸਾਨੀ ਅੰਦੋਲਨ ਦੇ ਦੌਰਾਨ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਇਸ ਅੰਦੋਲਨ ਦੇ ਲੇਖੇ ਲਾ ਗਏ। ਅਸੀਂ ਅੱਜ ਪਿੰਡ ਸਤੌਰ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਕੋਲ ਪਹੁੰਚੇ ਹਾਂ। ਉਹਨਾਂ ਦੇ ਪਤਨੀ, ਉਹਨਾਂ ਦੇ ਬ੍ਰਦਰ, ਭੈਣ ਜੀ, ਪਿੰਡ ਦੀ ਪੰਚਾਇਤ ਵੀ ਸਾਡੇ ਨਾਲ ਮੌਜੂਦ ਹੈ। ਗੱਲਬਾਤ ਕਰਾਂਗੇ। ਭੈਣ ਜੀ ਕੀ ਨਾਂ ਤੁਹਾਡਾ ਜੀ? ਗੁਰਦੀਪ ਕੌਰ। ਭੈਣ ਜੀ ਕਦੋਂ ਗਏ ਸੀ ਕੁਲਵਿੰਦਰ ਸਿੰਘ ਜੀ ਔਰ ਕਦੋਂ ਤੁਹਾਡੀ ਆਖਰੀ ਗੱਲਬਾਤ ਕੀ ਹੋਈ ਸੀ ਉਹਨਾਂ ਦੇ ਨਾਲ? ਮੈਨੂੰ ਉਹ ਮਤਲਬ ਨਾਈਟ ਹੀ ਮੇਰੇ ਮਾਮਾ ਪਾਪਾ ਕੋ ਛੋੜ ਆਏ ਸੀਗੇ ਕਹਿੰਦੇ ਕਿ ਮੈਂ ਮਾਰਨਿੰਗ ਦਿੱਲੀ ਜਾਣਾ ਤਾਂ ਉਹ ਬਸ ਉਹ ਰਾਤ ਹੀ ਹੋਣੀ ਮੇਰੇ ਨਾਲ ਗੱਲ ਹੋਈ ਆ ਤਾਂ ਉਹ ਸਵੇਰੇ 4 ਵਜੇ ਇੱਥੋਂ ਪਿੰਡ ਸਤੌਰ ਤੋਂ ਚਲੇ ਗਏ ਜੋ ਕਹਿੰਦੇ ਕਿ ਮੈਂ ਉਹ ਕਿਸਾਨਾਂ ਲਈ ਰਾਸ਼ਨ ਪਾਣੀ ਲੈ ਕੇ ਜਾਣਾ ਤੇ ਉਹਨਾਂ ਆਪਣੇ ਫਰੈਂਡ ਦੇ ਨਾਲ ਗਏ ਸੀ। ਕਿੱਥੇ ਇਹ ਹਾਦਸਾ ਹੋਇਆ, ਕਿਵੇਂ ਪਤਾ ਲੱਗਾ ਪਰਿਵਾਰ ਨੂੰ? ਫਿਰ ਇੱਥੇ ਉਹ ਮੈਨੂੰ ਉੱਥੇ ਕਾਲ ਆਈ ਹੈ ਮੇਰੇ ਮੰਮੀ ਪਾਪਾ ਦੇ ਕੋਲ। ਉਹਨਾਂ ਦਾ ਬ੍ਰਦਰ ਸਾਡੇ ਘਰ ਦੇ ਕੋਲ ਰਹਿੰਦਾ ਅਤੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਮਗਰ ਉਹਨਾਂ ਨੇ ਇਹ ਨਹੀਂ ਸੀ ਦੱਸਿਆ ਕਿ ਉਹ ਇੱਥਾਂ ਹੋਇਆ, ਸਿਰਫ ਐਕਸੀਡੈਂਟ ਦਾ ਹੀ ਦੱਸਿਆ। ਫਿਰ ਮੈਂ ਆਪਣੀ ਦੀਦੀ ਨੂੰ ਉਹਨਾਂ ਦੀ ਦੀਦੀ ਨੂੰ ਫੋਨ ਕੀਤਾ ਕਿ ਦੀਦੀ ਇੱਦਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਅਤੇ ਮੈਂ ਉਹਨਾਂ ਦੇ ਕੋਲ ਜ਼ਰੂਰ ਪਹੁੰਚਣਾ ਹੈ ਅਤੇ ਉਹ ਕਹਿੰਦੇ ਆਪਾਂ ਆ ਗਏ ਤਾਂ ਆਪਾਂ ਗੱਡੀ ਕਰਕੇ ਫਿਰ ਉੱਥੇ ਪਹੁੰਚੇ ਤਾਂ ਜਿਹੜੇ ਭਾਜੀ ਉਹਨਾਂ ਦੇ ਨਾਲ ਸੀ ਫਿਰ ਉਹਨਾਂ ਨੂੰ ਕਾਲ ਕੀਤੀ ਉਹਨਾਂ ਦੇ ਨੰਬਰ 'ਤੇ। ਮੈਂ ਕਿਹਾ ਸ਼ਾਇਦ ਮਾਮੂਲੀ ਚੋਟ ਲੱਗੀ ਹੋਊਗੀ ਤਾਂ ਭਾਜੀ ਨੇ ਫੋਨ ਚੱਕਿਆ। ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਭਾਬੀ ਤੁਸੀਂ ਜਲਦੀ ਪਹੁੰਚ ਜਾਓ ਕਿ ਕੁਲਵਿੰਦਰ ਦੇ ਸੱਟ ਜ਼ਿਆਦਾ ਲੱਗੀ ਆ, ਮੇਰੇ ਵੀ ਲੱਗੀ ਆ ਮਗਰ ਉਹਨਾਂ ਦੇ ਜ਼ਿਆਦਾ ਲੱਗੀ। ਉਸ ਤੋਂ ਬਾਅਦ ਉਹਨਾਂ ਨੇ ਵਾਪਸ ਕਾਲ ਅਟੈਂਡ ਨਹੀਂ ਕੀਤਾ ਤਾਂ ਅਸੀਂ 10-11 ਦੇ ਕਰੀਬ ਉੱਥੇ ਪਹੁੰਚ ਗਏ ਸੀਗੇ। ਦੱਸਿਆ ਜਾ ਰਿਹਾ ਸੀ ਕਹਿੰਦੇ ਬਹੁਤ ਧਾਰਮਿਕ ਪ੍ਰਵਿਰਤੀ ਵਾਲੇ ਸਨ। ਜਦੋਂ ਇੱਥੇ ਜਾਣਾ ਸੀਗਾ ਦਿੱਲੀ ਅੰਦੋਲਨ ਦੇ ਵਿੱਚ ਤਾਂ ਉਸ ਤੋਂ ਪਹਿਲਾਂ ਦਰਬਾਰ ਸਾਹਿਬ ਵੀ ਜਾ ਕੇ? ਹਾਂਜੀ ਦਰਬਾਰ ਸਾਹਿਬ ਆਪਾਂ ਨਾਈਟ ਸਟੇ ਕੀਤੀ ਆ ਉੱਥੇ ਤਾਂ
ਉਸ ਤੋਂ ਬਾਅਦ ਹੀ ਉਹਨਾਂ ਨੇ ਜਾਣਾ ਸੀ ਤਾਂ ਮੈਂ ਉਹਨਾਂ ਨੂੰ ਰੋਕਿਆ ਕਿ ਹਨਾ ਅਸੀਂ ਅੱਜ ਹੀ ਅੰਮ੍ਰਿਤਸਰ ਤੋਂ ਆਏ ਹਾਂ ਤੇ ਤੁਸੀਂ ਅੱਜ ਨਾ ਜਾਓ। ਤਾਂ ਸਿਰਫ ਇੱਕ ਦਿਨ ਹੀ ਪਾਇਆ ਉਹਨਾਂ ਨੇ, ਉਹ ਤਾਂ ਬਕਾਇਦਾ ਸ਼ਾਮੀ 6 ਵਜੇ ਜਾਣਾ ਚਾਹੁੰਦੇ ਸੀ। ਮਗਰ ਮੈਂ ਬੋਲਿਆ ਕਿ ਘਰ ਡੈਡੀ ਇਕੱਲੇ ਆ ਤਾਂ ਆਪਾਂ ਰੋਜ਼-ਰੋਜ਼ ਨਹੀਂ ਕਿਤੇ ਜਾ ਸਕਦੇ। ਤੇ ਲੇਕਿਨ ਇਹ ਜਿਹੜਾ ਉਹਨਾਂ ਨੇ ਆਪਣਾ ਵਿਚਾਰ ਆਪਣੇ ਦਿਲ 'ਚ ਹੀ ਬਣਾਇਆ ਤੇ ਮੈਨੂੰ ਬਸ ਉੱਥੇ ਕਹਿ ਦਿੱਤਾ ਕਿ ਤੂੰ ਅੱਜ ਆਪਣੇ ਮੰਮੀ ਪਾਪਾ ਕੋਲ ਰੁਕ ਜਾ, 2 ਦਿਨ ਤੂੰ ਉੱਥੇ ਰਹਿ ਲੈ, ਮੈਂ 2-3 ਦਿਨ ਦਿੱਲੀ ਲਾ ਕੇ ਆਣੇ। ਗੱਲ ਕਰਦੇ ਸੀਗੇ ਵੀ ਕਿਸਾਨਾਂ ਦਾ ਅੰਦੋਲਨ ਜਿੱਦਾਂ ਚੱਲ ਰਿਹਾ ਉੱਥੇ ਦੇ ਹਾਲਾਤਾਂ ਦੀ? ਬਹੁਤ 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 ਜ਼ਿਆਦਾ ਪਰੇਸ਼ਾਨ ਸੀ ਇਸ ਕਰਕੇ। ਉਹ ਤਾਂ ਇਦਾਂ ਜਿੱਦਾਂ ਫੇਸਬੁੱਕ ਤੇ ਕੋਈ ਕਮੈਂਟ ਵੀ ਕਰ ਦਿੰਦਾ ਸੀ ਨਾ ਤਾਂ ਉਹ ਬਸ ਜਿੰਨੀ ਦੇਰ ਉਹਨਾਂ ਨੂੰ ਤਸੱਲੀ ਨਹੀਂ ਨਾ ਕਰ ਲੈਣ, ਉਹਨਾਂ ਨੂੰ ਸ਼ਾਂਤੀ ਨਹੀਂ ਸੀ ਹੁੰਦੀ। ਉਹ ਤਾਂ ਕਾਫੀ ਦਿਨ ਤੋਂ ਹੀ ਜਾਣਾ ਚਾਹੁੰਦੇ ਸੀ ਤਾਂ ਚਲੋ ਮੈਂ 2-4 ਵਾਰੀ ਰੋਕ ਲਿਆ। ਕੁਲਵਿੰਦਰ ਸਿੰਘ ਜੀ ਦੇ ਬ੍ਰਦਰ ਵੀ ਸਾਡੇ ਨਾਲ ਨੇ। ਭਾਜੀ ਕੀ ਨਾਮ? ਮੇਰਾ ਗੁਰਦੀਪ ਸਿੰਘ ਜੀ। ਗੁਰਦੀਪ ਸਿੰਘ ਜੀ, ਕੁਲਵਿੰਦਰ ਸਿੰਘ ਜੀ ਦੀ ਜਿਸ ਤਰੀਕੇ ਦੇ ਨਾਲ ਜਾਣ ਗਈ ਹੈ, ਅੱਜ ਵੀ ਕੁੰਡਲੀ ਬਾਰਡਰ ਦੇ ਉੱਤੇ ਤਸਵੀਰਾਂ ਲੱਗੀਆਂ ਨੇ ਉਹਨਾਂ ਕਿਸਾਨਾਂ ਦੀਆਂ ਜੋ ਇਸ ਸੰਘਰਸ਼ ਦੇ ਵਿੱਚ ਆਪਣੀ ਸ਼ਹਾਦਤ ਦੇ ਗਏ ਨੇ, ਆਪਣੀ ਜਾਨ ਕੁਰਬਾਨ ਕਰ ਗਏ ਨੇ। ਕੁਲਵਿੰਦਰ ਸਿੰਘ ਹੋਰਾਂ ਦੀ ਤੁਹਾਡੇ ਨਾਲ ਕੀ ਗੱਲਬਾਤ ਹੋਈ ਸੀ ਜਦੋਂ ਗਏ? ਮੈਂ ਇੱਥੇ ਮੇਰੇ ਕੋਲੋਂ ਗਏ ਆ, ਮੈਂ ਵੀ ਇੱਥੇ ਸੀਗਾ, ਚਾਹ ਵੀ ਨਹੀਂ ਪੀਤੀ ਮੇਰੇ ਕੋਲ ਤਾਂ। ਕਹਿੰਦਾ ਉੱਥੇ ਜਾ ਕੇ ਪੀਣੀ ਭਾਜੀ ਕੋ ਵੀ ਨਹੀਂ ਪੀਤੀ ਜਾ ਕੇ। ਫਿਰ ਕਿੱਥੇ ਫਗਵਾੜੇ ਰੁਕੇ ਆ ਤਾਂ ਉੱਥੇ ਦੂਜੀ ਪਾਰਟੀ ਵਾਲਿਆਂ ਨਾਲ ਦੇ ਜਿਹੜੇ ਚਾਹ 'ਚ ਪੀਤੀ, ਕਹਿੰਦਾ ਨਹੀਂ ਇਹ ਤਾਂ ਬਾਹਰ ਅੱਗੇ ਜਾ ਕੇ ਪੀਣੀ ਆ। ਬਾ ਫਿਰ ਉਹ ਖੰਨੇ ਜਾ ਕੇ ਆਹ ਚਾਂਸ ਹੋ ਗਿਆ। 6:30-7 ਵਜੇ ਸਾਨੂੰ ਫੋਨ ਆਇਆ, ਅਸੀਂ ਗਏ, ਸਾਨੂੰ ਵੀ ਜਾਂਦਿਆਂ ਟਾਈਮ ਲੱਗ ਗਿਆ, ਪਤਾ ਤਾਂ ਲੱਗ ਗਿਆ ਸੀ, ਹੁਣ ਕੀ ਕਰ ਸਕਦੇ ਉੱਥੇ। ਤੁਹਾਨੂੰ ਵੀ ਕਹਿੰਦੇ ਆਪਣਾ ਮੋਟਰਸਾਈਕਲ ਸਕੂਟਰ ਦੇ ਗਏ ਸੀਗੇ ਠੀਕ ਕਰਵਾ ਕੇ? ਮੇਰੀ ਸਿਹਤ ਬੜੀ ਖਰਾਬ ਹੋ ਗਈ ਸੀਗੀ, ਮੋਟਰਸਾਈਕਲ ਠੀਕ ਕਰਾ ਦੇ ਇੱਥੇ ਹੀ ਜਾਣਾ ਤੇ ਆਪਣੀ ਦਵਾਈ ਵੀ ਉੱਥੇ ਜਾਣੀ ਤੇ ਦੁਕਾਨ ਵੀ ਉੱਥੇ ਜਾਣਾ। ਉਹ ਇਹ ਨਹੀਂ ਚੇਤਾ ਭੁੱਲਦਾ। ਆ ਭਾਬੀ ਦੇ ਮੁੰਡੇ ਨੂੰ ਲੈ ਕੇ ਨਾਲ ਠੀਕ ਕਰਾ ਕੇ ਉਦੋਂ ਹੀ 3000 ਰੁਪਇਆ ਲਾ ਕੇ ਕਹਿੰਦਾ ਤੁਸੀਂ ਸਿਹਤ ਬੜੀ ਖਰਾਬ ਹੈ, ਇੱਥੇ ਹੀ ਜਾਣਾ ਜਿੱਥੇ ਜਾਣਾ। ਸਾਨੂੰ ਕੀ ਪਤਾ ਵੀ ਸਾਨੂੰ ਛੱਡ ਕੇ ਚਲ ਜਾਣਾ ਨਾ ਕਰਕੇ, ਇਹ ਨਹੀਂ ਭੁੱਲਦਾ। ਪਿਤਾ ਜੀ ਵੀ ਬਿਮਾਰ ਤੁਹਾਡੇ ਰਹਿੰਦੇ? ਸਭ ਵੀ ਬਿਮਾਰ ਆ, ਮੇਰੀ ਵੀ ਸਿਹਤ ਬੜੀ ਬਿਮਾਰ ਸੀ, ਉਦੋਂ ਸਿਹਤ ਬਹੁਤ ਖਰਾਬ ਸੀ। ਤਾਂ ਮੈਨੂੰ ਇੱਥੇ ਪਾ ਗਿਆ ਕਿ ਉਦੋਂ ਕਿ ਜਾਣ ਜਦੋਂ ਦਿੱਲੀ ਜਾਣਾ, ਕਹਿੰਦਾ ਦਾਖਲ ਕਰਾ ਦੇਵਾਂ। ਮੈਂ ਕਿਹਾ ਨਹੀਂ ਤੂੰ ਜਾ ਗਿਆ, ਫਿਰ ਦੇਖਦੇ ਆ। ਇਹ ਵੀ ਪਤਾ ਸੀ ਸਾਨੂੰ ਇਹਨੇ ਧੋਖਾ ਦੇ ਜਾਣਾ, ਛੱਡ ਜਾਣਾ ਸਭ ਕੁਛ ਇਹਨਾਂ ਕਰਕੇ। ਕਿੰਨੀ ਕੁ ਉਮਰ ਸੀਗੀ? 38-40 ਸਾਲ। ਸਾਡੇ ਤਿੰਨਾਂ ਭੈਣ ਭਰਾ ਸਾਰਾ ਛੋਟਾ ਸੀ। ਅਨੰਦਪੁਰ ਸਾਹਿਬ ਵੀ ਗਏ, ਉੱਥੇ ਵੀ ਜਾ ਕੇ ਆਏ? ਸਾਹਿਬ ਵੀ ਗਏ ਉਦੋਂ, ਜਿਹੜਾ ਪ੍ਰੋਗਰਾਮ ਸੀਗਾ ਉੱਥੇ ਸਾਹਿਬਜ਼ਾਦਿਆਂ ਦਾ, ਉੱਥੋਂ ਆ ਕੇ ਅੰਮ੍ਰਿਤਸਰ ਤੋਂ ਆ ਕੇ ਇੱਥੋਂ ਜਾ ਕੇ ਰਾਤ ਇੱਥੇ ਰਹੇ ਤੇ 3:30-4 ਵਜੇ ਇੱਥੋਂ ਮੇਰੇ ਕੋਲੋਂ ਗਏ ਆ ਤੇ 7 ਵਜੇ ਸਾਨੂੰ ਖਬਰ ਮਿਲ ਜਾਂਦੀ ਆ। ਪਤਾ ਹੀ ਨਹੀਂ ਕੀ ਹਿਸਾਬ ਤਾਂ ਸੀ, ਅਸੀਂ ਇੱਦਾਂ ਹੀ ਦੌੜਾ ਹੀ ਸੀਗਾ। ਕਹਿੰਦੇ ਇੱਥੇ ਕਿਸੇ ਨੇ ਕੁਝ ਮੰਗਿਆ, ਆਟਾ, ਕਿਸੇ ਨੂੰ ਕੁਝ ਸਮਾਨ ਮੰਗਦਾ ਸੀਗਾ, ਉੱਥੇ ਮੰਗਿਆ, ਉੱਥੇ ਦਿੱਤਾ 2 ਜਣਿਆਂ ਨੂੰ 5-5 ਕਿਲੋ ਆਟਾ, ਨਿਆਣਿਆਂ ਨੂੰ ਲੈ ਕੇ ਦਿੱਤਾ ਕੁਝ ਖਾਣ ਪੀਣ ਨੂੰ। ਕਹਿੰਦਾ ਕੀ ਪਤਾ ਇਹਨਾਂ ਦੀ ਕਿਸਮਤ ਹੀ ਖਾਂਦੇ ਆ। ਕਿਸੇ ਨੇ ਉੱਥੋਂ ਰਾਹ ਜਾਂਦੇ ਨੇ ਉੱਥੇ ਜਦੋਂ ਦਰਬਾਰ ਸਾਹਿਬ ਗਏ ਉੱਥੇ ਹਾਂਜੀ ਮੰਗਿਆ ਤੇ ਕਹਿੰਦਾ ਇਹਨਾਂ ਦੀ ਕਿਸਮਤ ਹੀ ਖਾਂਦੇ ਅਸੀਂ, ਕਿਹੜਾ ਕਿਸੇ ਹੋਰ ਦੀ ਖਾਂਦੇ ਆ। ਉਹਨਾਂ ਨੂੰ ਵੀ ਲੈ ਕੇ ਦਿੱਤਾ ਸਭ ਕੁਝ। ਇੱਥੇ ਆਇਆ ਮੈਨੂੰ ਵੀ ਕਹਿੰਦਾ ਤੁਹਾਨੂੰ ਦਾਖਲ ਕਰਾ ਦੇਵਾਂ। ਮੈਂ ਕਿਹਾ ਨਹੀਂ ਅੱਜ ਨਹੀਂ ਹੋਣਾ, ਠੀਕ ਆ ਕੁਛ। ਮੈਂ ਕਿਹਾ ਚੱਲ ਤੂੰ ਜਾਇਆ, ਆਪਾਂ ਠੀਕ ਆ, ਮੈਂ ਆ ਕੇ ਦੇਖਦੇ ਆ। ਮੁੜ ਕੇ ਆ ਕੇ ਉਹਨੂੰ ਕੀ ਕਰਨਾ ਸੀ, ਉਹ ਤਾਂ ਰਹਿ ਗਿਆ ਰਸਤੇ 'ਚ। ਬਜ਼ੁਰਗਾਂ ਨੂੰ ਕਹਿੰਦੇ ਨਹੀਂ ਛੱਡਦੇ ਸੀਗੇ, ਜਦੋਂ ਬਜ਼ੁਰਗ ਕਿਤੇ ਬਿਮਾਰ ਹੁੰਦੇ ਸੀ ਤਾਂ ਉਹਨਾਂ ਨੂੰ ਛੱਡ ਕੇ ਕਦੀ ਨਹੀਂ ਜਾਂਦੇ ਸੀ। ਉਸ ਦਿਨ ਕਹਿੰਦੇ ਮਿਲੇ ਨਹੀਂ ਉਹਨਾਂ ਨੂੰ ਮਿਲੇ ਨਹੀਂ ਹੈਗੇ, ਉਹਨਾਂ ਨੂੰ ਤਾਂ ਬੁਲਾਇਆ ਤੱਕ ਨਹੀਂ ਇਹਨਾਂ ਨੇ ਕਿ ਮੈਂ ਚੱਲਾਂ ਵਾਂ। ਬਸ ਨਾਈਟ ਹੀ ਇਹਨਾਂ ਦੀ ਗੱਲ ਹੋਈ ਕਿ ਘਰ ਮੈਨੂੰ ਉੱਧਰ ਛੋੜ ਕੇ ਆਏ ਤਾਂ ਡੈਡ ਨੇ ਪੁੱਛਿਆ ਤੂੰ ਖਾਣਾ ਖਾ ਲਾ, ਕਹਿੰਦੇ ਨਹੀਂ ਮੈਨੂੰ, ਮੇਰੇ ਵੱਲੋਂ ਕਹਿੰਦੇ ਕਿ ਉਹਨੇ ਮੈਨੂੰ ਖਾਣਾ ਬਣਾ ਕੇ ਦਿੱਤਾ। ਤੇ ਫਿਰ ਇਹਨਾਂ ਡੈਡ ਨੇ ਕਿਹਾ ਹੋਣਾ ਕਿ ਮੈਂ ਚਾਹ ਪਾਣੀ ਬਣਾ ਦਿੰਦਾ। ਇਹਨਾਂ ਨੇ ਚਾਹ ਚੂ ਪੀਤੀ ਤਾਂ ਆਪਣੇ ਕੱਪੜੇ ਪ੍ਰੈਸ ਕਰਨ ਲੱਗ ਗਏ ਆ ਤੇ ਬਸ ਡੈਡੀ ਨੂੰ ਕਹਿਣ ਲੱਗੇ ਕਿ ਮੈਂ ਸਵੇਰੇ ਦਿੱਲੀ ਜਾਣਾ। ਤੇ ਕਹਿੰਦੇ ਨਾਈਟ ਕਾਫੀ ਤੱਕ ਆਪਣੀ ਤਿਆਰੀ ਕਰਦੇ ਰਹੇ, ਕਾਫੀ ਕੱਪੜੇ ਕੁੱਪੜੇ ਲੈ ਕੇ ਗਏ ਸੀ, ਈਵਨ ਕੰਬਲ ਤੱਕ ਵੀ ਲੈ ਕੇ ਗਏ ਕਿ ਮੈਂ 2-3 ਦਿਨ ਉੱਥੇ ਰਹਿ ਕੇ ਆਣਾ। ਬਿਲਕੁਲ ਇਹ ਬੜਾ ਦੁੱਖ ਹੈ ਕਿਉਂਕਿ ਇੱਕ ਉਹ ਕਿਸਾਨ ਸੀਗਾ, ਬੇਸ਼ੱਕ ਖੇਤੀ ਥੋੜ੍ਹੀ ਕਰਦਾ ਸੀ ਪਰ ਉਸਦੀ ਇਸ ਸੰਘਰਸ਼ ਦੇ ਨਾਲ ਸ਼ੁਰੂ ਤੋਂ ਹੀ ਉਹ ਦੁਖੀ ਵੀ ਸੀ ਵੀ ਅੱਜ ਜੋ ਸਾਡੇ ਕਿਸਾਨ ਭਰਾਵਾਂ ਦੀ ਉਸ ਠੰਡ ਦੇ ਵਿੱਚ ਰਾਤਾਂ ਕੱਟ ਰਹੇ ਨੇ, ਮੈਂ ਉਹਨਾਂ ਦੇ ਕੋਲ ਸੇਵਾ ਲੈ ਕੇ ਜਾਣਾ ਹੈ, ਉਹਨਾਂ ਦਾ ਇਸ ਦੁੱਖ ਦੇ ਵਿੱਚ ਉਹਨਾਂ ਦਾ ਹਿੱਸਾ ਬਣਨਾ ਹੈ, ਉਹਨਾਂ ਦੀ ਉਸ ਅੰਦੋਲਨ ਦਾ ਹਿੱਸਾ ਬਣਨਾ। ਭੈਣ ਜੀ ਵੀ ਸਾਡੇ ਨਾਲ ਨੇ। ਭੈਣ ਜੀ ਤੁਹਾਡੇ ਨਾਲ ਗੱਲਬਾਤ ਹੋਈ ਸੀਗੀ ਜਦੋਂ ਗਏ ਸੀਗੇ? ਹਾਂਜੀ, ਕੀ ਦਿਨ ਪਹਿਲਾਂ ਹੀ ਹੋਈ ਸੀ ਮੇਰੇ ਨਾਲ। ਉੱਦਾਂ ਕਹਿ ਰਹੇ ਸੀ ਦੀਦੀ ਮੈਂ ਜਾਣਾ, ਮੈਂ ਬੱਚੇ ਨਹੀਂ ਜਾਣਾ, ਤੂੰ ਨਹੀਂ ਜਾਣਾ ਹੈਗਾ। ਨਹੀਂ ਕਹਿੰਦਾ ਮੈਂ ਸੇਵਾ ਤੇ ਜਾਣਾ, ਮੈਂ ਆ ਜਾਣਾ 2 ਦਿਨ ਬਾਅਦ। ਬਾਕੀ ਇਹ ਨਹੀਂ ਪਤਾ ਸੀ ਕਿ ਉਹਨੂੰ ਵਾਪਸ ਨਹੀਂ ਮੁੜ ਕੇ ਆਉਣਾ। ਦਰਬਾਰ ਸਾਹਿਬ ਵੀ ਇਕੱਠੇ ਗਏ ਸੀ? ਹਾਂਜੀ ਇਕੱਠੇ ਗਏ ਸੀ, ਫੈਮਿਲੀ, ਮੇਰੇ ਸਹੁਰਿਆਂ ਵੱਲੋਂ ਫੈਮਿਲੀ ਸੀ, ਇਹ ਬ੍ਰਦਰ ਸੀਗੇ ਨਾਲ।
ਜਿੱਥੇ ਵੀ ਜਾਂਦੇ ਸੀ ਇਕੱਠੇ ਜਾਂਦੇ ਸੀ, ਕਦੇ ਇਕੱਲੇ ਨਹੀਂ ਇੱਦਾਂ ਜਾਂਦਾ ਸੀਗਾ। ਜਿੱਦਾਂ ਨਾਈਟ ਸਟੇ ਕਰਨੀ ਹੈ ਫਿਰ ਇਕੱਠੇ ਜਾਂਦਾ ਸੀ। ਪਿੰਡ ਤੋਂ ਪੰਚਾਇਤ ਮੈਂਬਰ ਵੀ ਨੇ ਸਾਡੇ ਨਾਲ। ਭੈਣ ਜੀ ਕੀ ਨਾਂ ਤੁਹਾਡਾ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਸੁਨੀਤਾ। ਕਿੱਦਾਂ ਦਾ ਸੁਭਾਅ ਸੀਗਾ ਕੁਲਵਿੰਦਰ ਸਿੰਘ ਜੀ ਦਾ? ਜਿਸ ਤਰੀਕੇ ਨਾਲ ਦੱਸਦੇ ਨੇ, ਕਹਿੰਦੇ ਬਹੁਤ ਧਾਰਮਿਕ ਪ੍ਰਵਿਰਤੀ ਵਾਲੇ ਵੀ ਸੀਗੇ, ਉਹ ਸਮਾਜਿਕ ਤੌਰ ਦੇ ਉੱਤੇ ਵੀ ਲੋਕਾਂ ਨਾਲ ਵਿਚਰਦੇ ਸੀ। ਬਹੁਤ ਵਧੀਆ, ਸਾਡੇ ਨਾਲ ਵੀ ਬਹੁਤ, ਪਿੰਡ 'ਚ ਵੀ ਬਹੁਤ, ਆਲੇ ਦੁਆਲੇ ਵੀ ਉਹਦੀ ਇੰਨੀ ਬਣੀ ਸੀ ਨਾ ਵੀ ਸਾਡੇ ਪਿੰਡ 'ਚ ਕੋਈ ਇੱਦਾਂ ਦਾ ਬੰਦਾ ਨਹੀਂ ਸੀ ਜਿੱਦਾਂ ਦਾ ਇਹ ਸੀਗਾ। ਸਾਡੇ ਨਾਲ ਤਾਂ ਇੱਦਾਂ ਸੀ, ਫੈਮਿਲੀ ਦੇ ਨਾਲ ਤੇ ਪਤਾ ਨਹੀਂ ਸਾਡੀ ਕੀ ਚੀਜ਼ ਚਲੇ ਗਈ। ਇੱਕ ਦਿਨ ਪਹਿਲਾਂ ਮੈਨੂੰ ਬੁਲਾ ਕੇ ਗਿਆ, ਅਸੀਂ ਕਿਸੇ ਫੰਕਸ਼ਨ 'ਤੇ ਜਾਣਾ ਸੀ, ਮੈਨੂੰ ਦਰਬਾਰ ਸਾਹਿਬ ਤੋਂ ਫੋਨ ਕੀਤਾ ਵੀ ਕਿੰਨੇ ਵਜੇ ਫੰਕਸ਼ਨ ਸ਼ੁਰੂ ਹੋਣਾ। ਮੈਂ ਕਿਹਾ 2 ਵਜੇ ਹੋਣਾ। ਕਹਿੰਦਾ ਕੋਈ ਨਹੀਂ ਭਾਬੀ, ਮੈਂ 11 ਵਜੇ ਆ ਜਾਣਾ। ਮੈਂ ਕਿਹਾ ਕੋਈ ਨਹੀਂ, ਤੁਸੀਂ ਆ ਜਿਓ, ਅਸੀਂ ਇਕੱਠੇ ਚੱਲਾਂਗੇ। ਅੱਧੇ ਘੰਟੇ ਬਾਅਦ ਮੈਨੂੰ ਫੋਨ ਆ ਗਿਆ, ਕਹਿੰਦਾ ਮੈਂ ਜਾਮ 'ਚ ਫਸ ਗਿਆ। ਮੈਂ ਕਿਹਾ ਤੇਰੀ ਇੰਨੀ ਚੱਲਦੀ, ਤੂੰ ਆਪਣਾ ਕਾਰਡ ਵਗੈਰਾ ਕੋਈ ਕੱਢ ਤਾਂ ਤੁਸੀਂ ਕਹੋ ਵੀ ਮੈਨੂੰ ਜਾਣ ਦਿਓ। ਕਹਿੰਦਾ ਨਹੀਂ, ਅਸੀਂ ਖੇਚ ਗੱਡੀ ਲਾ ਲਈ, ਹੁਣ ਅਸੀਂ ਉੱਥੇ ਬੈਠੇ ਰਹਿਣਾ। ਮੈਂ ਕਿਹਾ ਵੀ ਤੁਸੀਂ ਕਿੱਦਾਂ ਕੁਛ ਖਾਓਗੇ ਪੀਓਗੇ, ਭੁੱਖੇ ਕਿੱਦਾਂ ਰਹੋਗੇ? ਕਹਿੰਦਾ ਨਹੀਂ, ਹੁਣ ਅਸੀਂ ਇੱਥੇ ਬੈਠਾਂਗੇ, ਕੋਈ ਚਾਹ ਪਾਣੀ ਮਿਲ ਜਾਊਗਾ ਤਾਂ ਪੀ ਲਾਂਗੇ, ਨਹੀਂ ਤਾਂ ਫਿਰ ਇੱਦਾਂ ਹੀ। ਫਿਰ ਘੰਟੇ ਕੁ ਬਾਅਦ ਫੋਨ ਆਇਆ, ਕਹਿੰਦਾ ਅਸੀਂ ਦੁਬਾਰਾ ਦਰਬਾਰ ਸਾਹਿਬ ਚਲੇ ਗਏ ਹਾਂ। ਫਿਰ ਰਾਤ ਨੂੰ 8 ਵਜੇ ਆਏ, ਫਿਰ ਸਾਨੂੰ ਫੋਨ ਕੀਤਾ, ਕਿਉਂਕਿ ਸੈਰ ਕਰਨ ਆਉਂਦੀ ਹੁੰਦੀ ਸੀ ਸਾਡੇ ਉੱਧਰ ਘਰਾਂ ਦੇ ਕੋਲ। ਅਤੇ ਫਿਰ ਸਾਨੂੰ ਉਹਨਾਂ ਨੂੰ ਕਹਿਣਾ ਮੁੜ ਕੇ ਮੈਨੂੰ ਇੱਥੇ ਛੱਡ ਕੇ ਜਾਓ ਸਾਡੇ ਮੋੜ 'ਤੇ। ਦੂਜੇ ਦਿਨ ਫਿਰ ਬੈਗ ਰੱਖਿਆ ਆ, ਤਾਂ ਮੈਂ ਕਿਹਾ ਕਿੱਧਰ ਦੀ ਤਿਆਰੀ? ਕਹਿੰਦਾ ਦਿੱਲੀ ਜਾ ਰਹੇ ਹਾਂ ਅਸੀਂ। ਅਤੇ ਮੁੜ ਕੇ ਨਹੀਂ ਬਸ ਸਾਡੇ ਨਾਲ ਕੋਈ ਗੱਲ। ਸੇਵਾ ਲੈ ਕੇ ਜਾ ਰਹੇ ਸੀਗੇ ਇੱਥੋਂ? ਸੇਵਾ ਲੈ ਕੇ ਜਾ ਰਹੇ ਸੀ, ਦੁੱਧ ਤੇ ਪਾਣੀ ਵਗੈਰਾ, ਹੋਰ ਕੋਈ। ਮੈਂ ਕਿਹਾ ਤੂੰ ਜਾਣਾ ਕਿੱਦਾਂ? ਕਹਿੰਦਾ ਸ਼ਾਇਦ ਟਰੈਕਟਰ ਟਰਾਲੀ ਵੀ ਜਾਊਗਾ, ਪਰ ਮੈਂ ਜਗਜੀਤ ਭਾਜੀ ਦੇ ਨਾਲ ਹੀ ਜਾਣਾ ਹੈ। ਸੁਭਾਅ ਇੱਕ ਇਹੋ ਜਿਹਾ ਇਨਸਾਨ ਸੀਗਾ। ਮੇਰਾ ਪਿੰਡ ਬਾਹੋਵਾਲ, ਡਿਸਟ੍ਰਿਕਟ ਹੁਸ਼ਿਆਰਪੁਰ, ਅਤੇ ਮੇਰੀ ਵਾਈਫ ਸਰਪੰਚ ਨੇ। ਅਤੇ ਉਹਨਾਂ ਦੀ ਬੋਲਬਾਣੀ ਤਾਂ ਇੰਨਾ ਪਿਆਰ ਸੀਗਾ। ਅਤੇ ਅਸੀਂ ਵੀ ਕੋਈ ਕੰਮ ਕੋਈ ਕਰਦੇ ਸੀ ਜਾਂ ਕੁਛ ਵੀ ਸਲਾਹ ਲੈਣੀ ਤਾਂ ਆਪਣੇ ਕੁਲਵਿੰਦਰ ਵੀਰ ਦੀ ਸਲਾਹ ਲੈਣੀ, ਅਤੇ ਜੇ ਫੋਨ ਕਰਨਾ ਤਾਂ ਮਿੰਟਾਂ 'ਚ ਹੀ ਸਾਡੇ ਕੋਲ ਪਹੁੰਚ ਜਾਣਾ। ਪਰ ਕਈ ਵਾਰੀ ਦਾਸ ਦੇ ਨਾਲ ਜਾਣ ਦਾ ਮੌਕਾ ਬਹੁਤ ਮਿਲਿਆ। ਹੁਣ ਅਸੀਂ 6 ਤਰੀਕ ਨੂੰ 5 ਤਰੀਕ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਕੀਰਤਨ ਦਰਬਾਰ ਇਲਾਕਾ ਮਾਲਪੁਰ ਵੱਲੋਂ ਕਰਵਾਉਂਦੇ ਹਰੇਕ ਸਾਲ। ਅਤੇ ਇਹ ਬ੍ਰਦਰ ਮੇਰੇ ਕੋਲ ਆ ਗਿਆ ਤਕਰੀਬਨ 12:30 ਵਜੇ, ਅਤੇ ਅਸੀਂ ਸਾਰੀਆਂ ਗੱਡੀਆਂ ਤੋਰ ਕੇ 6 ਵਜੇ ਅਸੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਰਾਤ ਨੂੰ ਜਾਂਦੇ, ਤਾਂ ਰਾਤ ਨੂੰ ਹੀ ਵਾਪਸ ਕੀਰਤਨ ਦਰਬਾਰ ਦੀ ਸਮਾਪਤੀ ਤੋਂ ਬਾਅਦ ਆ ਜਾਂਦੇ। ਅਤੇ ਇਹ ਬ੍ਰਦਰ ਮੇਰਾ ਜਿਹੜਾ ਆ, ਹਰੇਕ ਸੋਸ਼ਲ ਐਕਟੀਵਿਟੀ ਜਿਹੜਾ ਵੀ ਕੋਈ ਵੀ ਹੁੰਦਾ ਸੀ, ਚਾਹੇ ਉਹ ਗਰੀਬ ਲੜਕੀ ਦਾ ਮੈਰਿਜ ਹੋਵੇ, ਚਾਹੇ ਉਹ ਕਿਸੇ ਗਰੀਬ ਪਰਿਵਾਰ ਦੇ ਵਿੱਚੋਂ ਕੋਈ ਲੋੜਵੰਦ ਪਰਿਵਾਰ ਹੋਵੇ, ਪਰ ਇਹ ਮੇਰਾ ਬ੍ਰਦਰ ਨੇ, ਇੱਕ ਮੈਂ ਇਸ ਬ੍ਰਦਰ ਦੀ ਖਾਸ ਗੱਲ ਦੇਖੀ ਆ, ਇਸ ਭਰਾ ਨੇ ਇਨਸਾਨ ਬਹੁਤ ਕਮਾਏ, ਪੈਸਾ ਨਹੀਂ ਖਵਾਇਆ। ਪੈਸਾ ਨਹੀਂ ਕਮਾਇਆ, ਤੁਸੀਂ ਘਰ ਦੇ ਹਾਲਾਤਾਂ ਤੋਂ ਦੇਖਦੇ ਹੀ ਹੁੰਦੇ ਆ, ਪਰ ਇਹ ਬ੍ਰਦਰ ਨੇ ਆਪਣੀ ਜੇਬ ਦੇ ਵਿੱਚ ਰੁਪਈਆ ਬਚੇ ਚਾਹੇ ਨਾ ਬਚੇ, ਕਿਸੇ ਲੋੜਵੰਦ ਪਰਿਵਾਰ ਦੀ ਜਿਸਲੇ ਵੀ ਕਿਤੇ ਹਿੰਮਤ ਕਰਨੀ ਆ, ਮਦਦ ਕਰਨੀ ਆ, ਆਪਣੀ ਜੇਬ 'ਚੋਂ ਵੀ। ਅਤੇ ਚਲੋ ਦਾਸ ਨੂੰ ਜੋ ਡਿਊਟੀ ਲਾਣੀ ਭਰਾ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਸੀ, ਪਰ ਅੱਜ ਸਾਨੂੰ ਇਸ ਚੀਜ਼ ਦਾ ਬੜਾ ਘਾਟਾ ਹੋਇਆ ਕਿ ਜਿਹੜੀਆਂ ਦੱਸ ਨਹੀਂ ਸਕਦਾ ਭਾਜੀ। ਤਾਂ ਬਿਲਕੁਲ ਹਰ ਅੱਖ ਨਾਮ ਹੈ, ਭਾਵੁਕ ਹੈ, ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਹੈ, ਤਾਂ ਮੈਨੂੰ ਲੱਗਦਾ ਹੈ ਉਹ ਇੱਕ ਸਮਾਜ ਨੂੰ ਵੀ ਵੱਡਾ ਘਾਟਾ ਪਿਆ। ਕਹਿੰਦੇ ਬੇਸ਼ੱਕ ਆਪਣੀ ਜੇਬ 'ਚ ਪੈਸਾ ਬਚਦਾ ਸੀ ਜਾਂ ਨਹੀਂ ਬਚਦਾ, ਤਾਂ ਉਹ ਹਰ ਸਮੇਂ ਮਦਦ ਦੇ ਲਈ ਅੱਗੇ ਆਉਂਦੇ ਸੀ। ਤਾਂ ਹੁਣ ਵੀ ਕਿਸਾਨਾਂ ਦੇ ਅੰਦੋਲਨ ਦਾ ਹਿੱਸਾ ਬਣੇ ਸਨ, ਕਿਸਾਨਾਂ ਦੇ ਲਈ ਲਗਾਤਾਰ ਸੇਵਾ ਪਹੁੰਚਾ ਰਹੇ ਸਨ, ਤਾਂ ਇਸੇ ਦੌਰਾਨ ਉਹ ਇੱਕ ਹਾਦਸੇ ਦਾ ਸ਼ਿਕਾਰ ਹੋਏ ਅਤੇ ਇਸ ਅੰਦੋਲਨ ਦੇ ਲਈ ਆਪਣੀ ਜਾਨ ਲਾ ਗਏ। ਇਸ ਪਰਿਵਾਰ ਦੇ ਉੱਤੇ ਪਰਮਾਤਮਾ ਮਿਹਰ ਭਰੇ ਹੱਥ ਰੱਖੇ, ਪਾਣਾ ਮੰਨਣ ਦਾ ਬਲ ਬਖਸ਼ੇ, ਇਹ ਅਰਦਾਸ ਸਾਡੀ ਵੀ ਹੈ ਔਰ ਸਲਾਮ ਹੈ ਉਸ ਸ਼ਹਾਦਤ ਨੂੰ ਜੋ ਕੁਲਵਿੰਦਰ ਸਿੰਘ ਜੀ ਦੇ ਵੱਲੋਂ ਇਸ ਕਿਸਾਨੀ ਅੰਦੋਲਨ ਦੇ ਲੇਖੇ ਆਪਣੀ ਜਾਨ ਲਗਾਈ ਗਈ ਹੈ। ਆਰਥਿਕ ਪੱਖੋਂ ਗੱਲ ਕੀਤੀ ਜਾਵੇ ਤਾਂ ਪਰਿਵਾਰ ਬਹੁਤ ਕਮਜ਼ੋਰ ਹੈ, ਕੋਈ ਜ਼ਿਆਦਾ ਮਾਲੀ ਹਾਲਤ ਸਹੀ ਨਹੀਂ ਹੈ, ਔਰ ਅਜਿਹੇ ਹਾਲਾਤਾਂ ਦੇ ਵਿੱਚ ਕਿਸਾਨੀ ਸੰਘਰਸ਼ ਦੇ ਲਈ ਅੱਗੇ ਵੱਧ ਕੇ ਜਾਣਾ, ਕਿਸਾਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਅੱਗੇ ਜਾਣਾ, ਕਿਸਾਨਾਂ ਦੇ ਨਾਲ ਮੋਢਾ ਲਾਉਣ ਦੇ ਲਈ ਅੱਗੇ ਜਾਣਾ ਵੱਡੀ ਗੱਲ ਹੈ। ਸੋ ਅਜਿਹੀ ਸ਼ਹਾਦਤ ਨੂੰ ਸਾਡਾ ਵੀ ਸਲਾਮ ਹੈ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਸਤੌਰ, ਜ਼ਿਲ੍ਹਾ ਹੁਸ਼ਿਆਰਪੁਰ।